ਲੱਖਾਂ ਦੀ ਠੱਗੀ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿੱਥੇ ਕਿ ਇੱਕ ਨਿਆਸਰਿਆਂ ਦੇ ਆਸਰੇ ਦਾ ਘਰ ਪ੍ਰਭ ਆਸਰੇ ਦੇ ਨਾਲ 36 ਲੱਖ ਰੁਪਏ ਦੀ ਠੱਗੀ ਹੋਈ ਹੈ। ਤੇ ਇਸ ਨੂੰ ਲੈ ਕੇ ਦੱਸ ਦਿੰਦੇ ਹਾਂ ਕਿ ਠੱਗੀ ਕਿਸ ਕੰਪਨੀ ਨੇ ਕੀਤੀ ਹੈ। ਚਾਈਨਾ ਦੀ ਕੰਪਨੀ ਦੇ ਦੋਸ਼ ਲੱਗ ਰਹੇ ਨੇ ਕਿ ਚਾਈਨਾ ਦੀ ਕੰਪਨੀ ਤੋਂ ਮੰਗਾਇਆ ਕੁਝ ਹੋਰ ਸੀ ਪਰ ਭੇਜਿਆ ਕੁਝ ਹੋਰ ਗਿਆ। ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਚਾਈਨਾ ਦੀ ਕੰਪਨੀ ਤਾਲਾ ਲਾ ਕੇ ਉੱਥੋਂ ਭੱਜ ਗਈ ਹੈ। ਤੇ ਮਾਮਲਾ ਕੀ ਹੈ ਪੂਰਾ, ਕਿਉਂਕਿ ਆਨਲਾਈਨ ਠੱਗੀਆਂ ਦਾ 50,000 10,000 ਦੀ ਠੱਗੀ ਤਾਂ ਗੱਲ ਸੁਣੀ ਸੀ, ਪਰ ਤੁਸੀਂ 36 ਲੱਖ ਰੁਪਏ ਠੱਗੀ ਕਹਿ ਰਹੇ ਹੋ। ਦੇਖਿਆ ਬਿੱਲ ਦੇ ਉੱਤੇ ਆਕਸੀਜਨ ਕੰਸਨਟ੍ਰੇਟਰ ਲਿਖਿਆ ਹੋਇਆ 100 ਪੀਸ, ਜਿਹਦੀ ਕੀਮਤ 36 ਲੱਖ ਹੋਈ 70,000 ਦੇ ਕਰੀਬ ਬਣਦੀ ਹੈ। ਤੇ ਨੈਬੂਲਾਈਜ਼ਰ ਜਿਹਦੀ ਕੀਮਤ ਸਾਰੀ ਟੋਟਲੀ ਹੋਣੀ ਉਹ 27-28,000 ਦੀ ਹੈ। ਤੇ ਅਸੀਂ ਬੜਾ ਇੱਕਦਮ ਹੈਰਾਨ ਹੋਏ ਵੀ ਇੱਕ ਪਾਸੇ ਤੇ ਜਾਨਾਂ ਜਾ ਰਹੀਆਂ ਲੋਕਾਂ ਦੀਆਂ, ਤੇ ਇਹ ਕਿਸ ਤਰ੍ਹਾਂ ਹੋਇਆ। ਕਰੋਨਾ ਮਹਾਮਾਰੀ ਆਈ ਹੈ, ਉਸ ਟਾਈਮ ਦੇ ਵਿੱਚ ਚਾਈਨਾ ਦੀ ਦੋਸ਼ ਲੱਗੇ ਸੀ, ਕਹਿੰਦਾ ਕਿ ਚਾਈਨਾ ਤੋਂ ਆਈ ਹੈ, ਪਰ ਦੂਜੇ ਪਾਸੇ ਤੁਸੀਂ ਸਮਾਨ ਵੀ ਚਾਈਨਾ ਤੋਂ ਮੰਗਾ ਰਹੇ ਹੋ। ਸਾਨੂੰ ਦੱਸੋ ਕਿੱਥੋਂ ਮਿਲਦਾ ਹੈਗਾ, ਅਸੀਂ ਉੱਥੋਂ ਲੈ ਲੈਣਾ ਸੀ। ਸਾਨੂੰ ਆਕਸੀਜਨ ਦੱਸੋ ਕਿੱਥੋਂ ਮਿਲਦੀ ਹੈ, ਅਸੀਂ ਉੱਥੋਂ ਲੈ ਲੈਣੀ ਸੀ। ਅਸੀਂ ਆਕਸੀਜਨ ਪਲਾਂਟ ਲਗਾਉਣ ਦੇ ਵਾਸਤੇ ਰਿਕੁਐਸਟ ਕੀਤੀ, ਸਾਨੂੰ ਉਹ ਪਲਾਂਟ ਜਿਹੜੇ ਹੈਗੇ ਉਹਨਾਂ ਦੀ ਪਰਮਿਸ਼ਨ ਨਹੀਂ ਮਿਲ ਰਹੀ। ਚਾਈਨਾ ਦੀ ਕੰਪਨੀ ਨੇ ਤੁਹਾਡੇ ਨਾਲ ਠੱਗੀ ਮਾਰੀ ਹੈ 36 ਲੱਖ ਰੁਪਏ ਦੀ। ਭਾਰਤ ਦੀ ਸਰਕਾਰਾਂ ਕਿੰਨੀਆਂ ਕੁ ਸਾਥ ਦੇ ਰਹੀਆਂ ਨੇ ਪ੍ਰਭ ਆਸਰਾ ਦੇ? ਅੱਜ ਕੱਲ੍ਹ ਆਨਲਾਈਨ ਠੱਗੀਆਂ ਦਾ ਦੌਰ ਜਾਰੀ ਹੈ। ਇਸ ਨੂੰ ਲੈ ਕੇ ਵੱਡੀ ਖਬਰਾਂ ਵੀ ਲੱਗਦੀਆਂ ਨੇ। ਕਈ ਜਗ੍ਹਾ 10,000 50,000 ਦੀ ਠੱਗੀ ਹੁੰਦੀ ਹੈ, ਪਰ ਇੱਕ ਇੱਦਾਂ ਦੀ ਠੱਗੀ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿੱਥੇ ਕਿ ਇੱਕ ਨਿਆਸਰਿਆਂ ਦੇ ਆਸਰੇ ਦਾ ਘਰ ਪ੍ਰਭ ਆਸਰੇ ਦੇ ਨਾਲ 36 ਲੱਖ ਰੁਪਏ ਦੀ ਠੱਗੀ ਹੋਈ ਹੈ। ਤੇ ਇਸ ਨੂੰ ਲੈ ਕੇ ਦੱਸ ਦਿੰਦੇ ਹਾਂ ਕਿ ਠੱਗੀ ਕਿਸ ਕੰਪਨੀ ਨੇ ਕੀਤੀ ਹੈ। ਚਾਈਨਾ ਦੀ ਕੰਪਨੀ ਦੇ ਦੋਸ਼ ਲੱਗ ਰਹੇ ਨੇ ਕਿ ਚਾਈਨਾ ਦੀ ਕੰਪਨੀ ਤੋਂ ਮੰਗਾਇਆ ਕੁਝ ਹੋਰ ਸੀ ਪਰ ਭੇਜਿਆ ਕੁਝ ਹੋਰ ਗਿਆ। ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਚਾਈਨਾ ਦੀ ਕੰਪਨੀ ਤਾਲਾ ਲਾ ਕੇ ਉੱਥੋਂ ਭੱਜ ਗਈ ਹੈ। ਤੇ ਪੂਰੀ ਖਬਰ ਤੁਹਾਨੂੰ ਦਿਖਾਵਾਂਗੇ। ਸਾਡੇ ਨਾਲ ਪ੍ਰਭ ਆਸਰਾ ਟਰਸਟ ਦੇ ਜਿਹੜੇ ਚੇਅਰਮੈਨ ਨੇ ਸ਼ਮਸ਼ੇਰ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਰ, ਜਿਹੜੀ 36 ਲੱਖ ਰੁਪਏ ਠੱਗੀ ਦੀ ਗੱਲ ਕੀਤੀ ਹੈ, ਇਹ ਮਾਮਲਾ ਕੀ ਹੈ ਪੂਰਾ, ਕਿਉਂਕਿ ਆਨਲਾਈਨ ਠੱਗੀਆਂ ਦਾ 50,000 10,000 ਦੀ ਠੱਗੀ ਤਾਂ ਗੱਲ ਸੁਣੀ ਸੀ, ਪਰ ਤੁਸੀਂ 36 ਲੱਖ ਰੁਪਏ ਠੱਗੀ ਕਹਿ ਰਹੇ ਹੋ। ਹਾਂਜੀ, ਇਹ ਜਦੋਂ ਆਪਾਂ ਦੇ ਦੇਣ ਵੀ ਕਰੋਨਾ ਵਾਇਰਸ ਦਾ ਅਟੈਕ ਹੋਇਆ, ਉਸ ਵੇਲੇ ਸਾਡੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ, ਇਹਦੇ ਸਾਰੇ ਹੀ ਜਾਣੂ ਹੈ। ਕਿਸ ਤਰ੍ਹਾਂ ਜਾਨਾਂ ਜਾ ਰਹੀਆਂ ਸੀ। ਤੇ ਜਦੋਂ ਸੈਕੰਡ ਵੇਵ ਦੌਰਾਨ ਤਾਂ ਫਿਰ ਆਕਸੀਜਨ ਨੂੰ ਇਦਾਂ ਤਰਸਣ ਲੱਗ ਗਏ ਸੀ, ਹੁਣ ਜਿਹਦੀ ਐਗਜ਼ਾਮਪਲ ਦੇਣੀ ਵੀ ਬੜੀ ਮੁਸ਼ਕਿਲ ਹੈ ਨਾ। ਤੇ ਉਸ ਵੇਲੇ ਤਾਂ ਇਹ ਸੀ ਵੀ ਆਕਸੀਜਨ ਜਿਹੜੀ ਹੈਗੀ, ਕੋਈ ਕਹਿੰਦਾ ਮੇਰੇ ਕੋਲ ਘੰਟੇ ਦੀ ਰਹੇਗੀ, ਕੋਈ ਕਹਿੰਦਾ ਅੱਧੇ ਘੰਟੇ ਦੀ ਰਹੇਗੀ। ਤੇ ਉਸ ਤੋਂ ਬਾਅਦ ਹਨੇਰਾ ਦਿਖ ਰਿਹਾ ਸੀ, ਕੋਈ ਹੱਲ ਨਹੀਂ ਸੀ ਸੌਖਾ ਲੱਭ ਰਿਹਾ। ਤੇ ਉਸ ਵੇਲੇ ਅਸੀਂ ਬਾਹਰਲੀ ਸੰਗਤ ਨੂੰ ਬੇਨਤੀ ਕੀਤੀ, USA ਦੀ ਸੰਗਤ ਨੇ ਮਤਲਬ 100 ਕੰਸਨਟ੍ਰੇਟਰ ਜਿਹੜਾ ਯੂਨਾਈਟਿਡ ਸਿੱਖ LA ਕੈਲੀਫੋਰਨੀਆ ਦੀ ਸੰਗਤ ਵੱਲੋਂ ਤੇ ਇਸ ਦੇਸ਼ ਦੇ ਵਿੱਚ ਭੇਜਿਆ ਗਿਆ। ਜੋ ਵੀ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ ਵੀ ਨਹੀਂ, ਅਸੀਂ ਰਲ ਮਿਲ ਕੇ ਕੋਸ਼ਿਸ਼ ਕਰਨੀ ਹੈ ਕਿ ਤਾਂ ਕਿ ਸਾਡਾ ਜਿਹੜਾ ਨਾਗਰਿਕ ਹੈਗਾ ਉਹਨੂੰ ਕਿਸ ਤਰੀਕੇ ਨਾਲ ਉਹਦੀ ਹੈਲਪ ਹੋ ਸਕੇ, ਉਹਨੂੰ ਬਚਾਇਆ ਜਾ ਸਕੇ। ਤੇ ਉਸ ਵੇਲੇ ਮਤਲਬ ਪਤਾ ਨਹੀਂ ਲੱਗ ਰਿਹਾ ਸੀ ਹੈਲਪਲਾਈਨ ਦੇ ਉੱਤੇ ਵੀ ਕਿੱਦਾਂ ਹੈਲਪ ਮਿਲ ਸਕਦੀ ਹੈ। ਤੇ ਉਹ ਜਦੋਂ ਸਾਡੇ ਕੋਲ, ਅਸੀਂ ਬੜੀ ਬੇਸਬਰੀ ਦੇ ਨਾਲ ਉਹਦੀ ਇੰਤਜ਼ਾਰ ਕਰ ਰਹੇ ਸੀ ਵੀ ਅੱਜ ਆ ਰਿਹਾ, ਸ਼ਾਮ ਨੂੰ ਆ ਰਿਹਾ। ਤੇ ਜਿਸ ਵੇਲੇ ਸਾਡੇ ਕੋਲ ਆਕਸੀਜਨ ਕੰਸਨਟ੍ਰੇਟਰ ਜਿਹੜਾ 100 ਦੀ ਰਿਪੋਰਟ ਸੀ, ਤੇ ਉਹ ਜਦੋਂ ਪਹੁੰਚਿਆ ਤੇ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਉਸ ਵੇਲੇ ਇੱਕ ਨੈਬੂਲਾਈਜ਼ਰ ਜਿਹੜਾ ਸੀ ਉਹ ਨਿਕਲਿਆ। ਤੇ ਅਸੀਂ ਉਹਨਾਂ ਨੂੰ ਪੁੱਛ ਰਹੇ ਹਾਂ ਬਾਰ-ਬਾਰ, ਉਹ ਕਹਿੰਦੇ ਨਹੀਂ ਜੀ, ਆ ਤੁਸੀਂ ਬਿੱਲ ਦੇਖੋ। ਜਦੋਂ ਅਸੀਂ ਬਿੱਲ ਦੇਖਿਆ, ਬਿੱਲ ਦੇ ਉੱਤੇ ਆਕਸੀਜਨ ਕੰਸਨਟ੍ਰੇਟਰ ਲਿਖਿਆ ਹੋਇਆ 100 ਪੀਸ, ਜਿਹਦੀ ਕੀਮਤ 36 ਲੱਖ ਹੋਈ 70,000 ਦੇ ਕਰੀਬ ਬਣਦੀ ਹੈ। ਤੇ ਨੈਬੂਲਾਈਜ਼ਰ ਜਿਹਦੀ ਕੀਮਤ ਸਾਰੀ ਟੋਟਲੀ ਹੋਣੀ ਉਹ 27-28,000 ਦੀ ਹੈ। ਤੇ ਅਸੀਂ ਬੜਾ ਇੱਕਦਮ ਹੈਰਾਨ ਹੋਏ ਵੀ ਇੱਕ ਪਾਸੇ ਤੇ ਜਾਨਾਂ ਜਾ ਰਹੀਆਂ ਲੋਕਾਂ ਦੀਆਂ, ਤੇ ਇਹ ਕਿਸ ਤਰ੍ਹਾਂ ਹੋਇਆ। ਅਸੀਂ ਉਸੇ ਵੇਲੇ ਜਿਨ੍ਹਾਂ ਵੱਲੋਂ ਇਹ ਸੇਵਾ ਕੀਤੀ ਗਈ ਸੀ, ਵਿਦੇਸ਼ ਦੇ ਜਿਹੜੇ ਨਾਗਰਿਕ ਹੈਗੇ ਸਮਾਜਦਾਰੀ ਸੱਜਣ, ਉਹਨਾਂ ਦੇ ਨੋਟਿਸ ਲਿਆਂਦਾ। ਉਸੇ ਵੇਲੇ ਉਹਨਾਂ ਨੇ ਵੀ ਆਪਣੀ ਕਾਰਵਾਈ ਸ਼ੁਰੂ ਕੀਤੀ। ਚਾਈਨਾ ਦੀ ਕੰਪਨੀ ਜਿਨ੍ਹਾਂ ਨੂੰ ਉਹਨਾਂ ਨੇ ਪੇਮੈਂਟ ਕੀਤੀ ਸੀ, ਸਾਰੀ ਐਡਵਾਂਸ ਪੇਮੈਂਟ ਕੀਤੀ ਹੋਈ ਸੀ। ਤੇ ਇਹ ਸ਼ੈਂਜਨ ਕੇਅਰ ਹੋਮ ਹੈਲਥ ਕੇਅਰ ਸਪਲਾਈ ਕੋਈ ਇਹ ਕੰਪਨੀ ਹੈਗੀ ਆ, ਉੱਥੇ ਇੱਕ ਦੂਜਾ ਗਰੁੱਪ ਸੀ ਜਿਹਨੂੰ ਕੀਤੀ ਸੀ, ਉਹ ਵਾਟਰ ਹੋਲਡਿੰਗ ਗਰੁੱਪ ਹੈਗਾ। ਇਹਨਾਂ ਨੂੰ ਦੋਨਾਂ ਨੂੰ 50-50 ਆਕਸੀਜਨ ਕੰਸਨਟ੍ਰੇਟਰ ਜਿਹੜੇ ਸੀ ਉਹਨਾਂ ਦੀ ਐਡਵਾਂਸ ਪੇਮੈਂਟ ਕੀਤੀ ਹੋਈ ਸੀ। ਪਰ ਇਹਨਾਂ ਵੱਲੋਂ ਸਪਲਾਈ ਜਿਹੜੀ ਦਿੱਤੀ ਗਈ ਹੈ, ਤੇ ਉਹ ਦਿੱਤੀ ਗਈ ਹੈ ਨੈਬੂਲਾਈਜ਼ਰ ਦੀ, ਤੇ ਜਿਨ੍ਹਾਂ ਦੀ ਕੀਮਤ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹੈ। ਤੇ ਉਸ ਵੇਲੇ ਤੋਂ ਹੀ ਲੋਕ ਲਾ ਕੇ ਉੱਥੇ ਇਹ ਇਨਸਾਨ ਭੱਜੇ ਹੋਏ ਹੈ। ਤੇ ਅਸੀਂ ਬਾਰ-ਬਾਰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਪਤਾ ਲੱਗ ਸਕੇ, ਉੱਥੇ ਦੀ ਗੌਰਮੈਂਟ ਨਾਲ ਟਾਈ ਅਪ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਪਰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲ ਸਕਿਆ। ਤੇ ਮੈਂ ਇਸੇ ਕਰਕੇ ਬਾਰ-ਬਾਰ ਇਹ ਸਰਕਾਰ ਨੂੰ ਬੇਨਤੀ ਕਰਦਾ ਕਿ ਇਹੋ ਜਿਹਾ ਮਾਹੌਲ, ਇਹੋ ਜਿਹੇ ਖਤਰਨਾਕ ਲੋਕ, ਇੰਨੀਆਂ ਮੁਰਦਾ ਜ਼ਮੀਰਾਂ ਵਾਲੇ ਲੋਕ, ਤੇ ਦਿੱਤੀਆਂ ਤਾਂ ਉਹਨਾਂ ਨੂੰ ਜਿਹੜੀਆਂ ਜਿਸ ਵੇਲੇ ਵੀ ਆਪਾਂ ਕੋਈ ਕੰਪਨੀ ਖੋਲ੍ਹਦਾ ਹੈਗਾ, ਜਦੋਂ ਉਹਨੂੰ ਰਜਿਸਟਰਡ ਕਰਦੇ ਹੈਗੇ ਆ ਤੇ ਉਹ ਰੈਕੋਗਨਾਈਜ਼ ਕਰਦੇ ਆ ਉਹਨੂੰ, ਤੇ ਉਸ ਵੇਲੇ ਕਿੰਨੇ ਡਾਕੂਮੈਂਟ ਲੈ ਜਾਂਦੇ ਹੋਣਗੇ।
ਤੇ ਉਹ ਸਰਕਾਰ ਲਈ ਤਾਂ ਮੇਰੇ ਹਿਸਾਬ ਨਾਲ ਵੀ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ ਉਹਨਾਂ ਨੂੰ ਫੜਨਾ। ਤੇ ਮੈਂ ਸਰਕਾਰ ਨੂੰ ਰਿਕੁਐਸਟ ਕਰਦਾ ਹੈਗਾ ਕਿ ਤਾਂ ਕਿ ਨਾਗਰਿਕ ਦਾ ਵਿਸ਼ਵਾਸ ਬਣਿਆ ਰਹੇ ਤੇ ਨਾਗਰਿਕ ਨੂੰ ਜੇਕਰ ਇਸ ਤਰ੍ਹਾਂ ਹੀ ਠੱਗਿਆ ਜਾਣ ਲੱਗਿਆ ਤੇ ਫਿਰ ਜਿਹੜਾ ਮਤਲਬ ਇਹ ਸਮਾਜ ਚੱਲੇਗਾ ਕਿਵੇਂ, ਹੈ ਨਾ, ਵਿਸ਼ਵਾਸ ਕਿਵੇਂ। ਪਰ ਜਦੋਂ ਕਰੋਨਾ ਮਹਾਮਾਰੀ ਆਈ ਹੈ ਉਸ ਟਾਈਮ ਦੇ ਵਿੱਚ ਚਾਈਨਾ ਦੀ ਦੋਸ਼ ਲੱਗੇ ਸੀ, ਕਹਿੰਦਾ ਕਿ ਚਾਈਨਾ ਤੋਂ ਆਈ ਹੈ ਇਹ, ਪਰ ਦੂਜੇ ਪਾਸੇ ਤੁਸੀਂ ਸਮਾਨ ਵੀ ਚਾਈਨਾ ਤੋਂ ਮੰਗਾ ਰਹੇ ਹੋ, ਠੱਗੀ ਵੀ ਚਾਈਨਾ ਨੇ ਮਾਰੀ ਹੈ। ਕਿਆ ਲੱਗਦਾ ਕਿ ਭਾਰਤ ਦੀ ਸਰਕਾਰਾਂ ਨਾਕਾਮ ਸੀ ਆਕਸੀਜਨ ਪੈਦਾ ਕਰਨ ਵਾਸਤੇ, ਆਕਸੀਜਨ ਬਣਾਉਣ ਵਾਸਤੇ, ਤਾਂ ਕਰਕੇ ਚਾਈਨਾ ਤੋਂ ਮੰਗਾਉਣਾ ਪਿਆ? ਦੇਖੋ ਮੈਂ ਕੁਝ ਵੀ ਬੋਲਾਂ ਨਾ ਉਹ ਕੋਈ ਮੈਂ ਨਹੀਂ ਰੱਖਦਾ, ਹਾਲਾਤ ਦੱਸ ਰਹੇ। ਸਾਨੂੰ ਦੱਸੋ ਕਿੱਥੋਂ ਮਿਲਦਾ ਹੈਗਾ, ਅਸੀਂ ਉੱਥੋਂ ਲੈ ਲੈਣਾ ਸੀ। ਸਾਨੂੰ ਆਕਸੀਜਨ ਦੱਸੋ ਕਿੱਥੋਂ ਮਿਲਦੀ ਹੈ, ਅਸੀਂ ਉੱਥੋਂ ਲੈ ਲੈਣੀ ਸੀ। ਅਸੀਂ ਆਕਸੀਜਨ ਪਲਾਂਟ ਲਗਾਉਣ ਦੇ ਵਾਸਤੇ ਰਿਕੁਐਸਟ ਕੀਤੀ, ਸਾਨੂੰ ਉਹ ਪਲਾਂਟ ਜਿਹੜੇ ਹੈਗੇ ਉਹਨਾਂ ਦੀ ਪਰਮਿਸ਼ਨ ਨਹੀਂ ਮਿਲ ਰਹੀ। ਅਸੀਂ ਉਸ ਵੇਲੇ ਆਕਸੀਜਨ ਕੰਸਨਟਰੇਟਰ ਅਸੀਂ ਕਰਜ਼ਾ ਚੱਕ ਕੇ ਅਸੀਂ ਪੂਰੀ ਪਲੈਨਿੰਗ ਕੀਤੀ ਹੋਈ ਸੀ ਵੀ ਆਕਸੀਜਨ ਜਿਹੜੀ ਹੈਗੀ ਹੈ ਵੀ ਨਾਗਰਿਕ ਨੂੰ ਵੱਧ ਤੋਂ ਵੱਧ ਸਪਲਾਈ ਮਿਲਣੀ ਚਾਹੀਦੀ ਹੈ ਤੇ ਪਿੰਡਾਂ ਦੇ ਵਿੱਚ ਬਲਾਕ ਲੈਵਲ ਤੇ ਕਿੱਦਾਂ ਸਟੇਸ਼ਨ ਬਣਾਉਣੇ, ਬੜੀ ਅੱਛੀ ਪਲੈਨਿੰਗ ਕੀਤੀ ਹੋਈ ਸੀ ਵੀ ਗੱਡੀਆਂ ਦਿਨ ਰਾਤ ਸਾਡੀਆਂ ਲੱਗਣਗੀਆਂ ਵੀ ਉੱਥੇ ਇੱਕ ਜਗ੍ਹਾ ਤੇ ਸਰਪੰਚ ਦੀ ਜਾਂ ਧਾਰਮਿਕ ਕੇਂਦਰ ਦੇ ਕੋਲ ਪ੍ਰਬੰਧਕ ਉਹਨਾਂ ਦੀ ਡਿਊਟੀ ਲਾਵਾਂਗੇ ਵੀ ਜਿਸ ਵੇਲੇ ਵੀ ਇਲਾਕੇ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਜਾਂ ਬਲਾਕ ਦੇ ਵਿੱਚ ਲੋੜ ਪਵੇ ਉੱਥੋਂ ਆਕਸੀਜਨ ਲੈ ਸਕਦੇ ਆ। ਤੇ ਮਤਲਬ ਸਾਨੂੰ ਤੇ ਮਤਲਬ ਜੇ ਤੁਹਾਡੇ ਕੋਲ ਕਿਸੇ ਕੋਲ ਐਡਰੈਸ ਹੋਵੇ ਸਾਨੂੰ ਦੱਸ ਸਕਦਾ ਹੈਗਾ। ਤੇ ਇਹ ਚੀਜ਼ ਨੇ ਤਾਂ ਬੁਰੀ ਹਾਲਤ ਕਰ ਦਿੱਤੀ ਸਾਡੀ ਜਿਹੜੀ ਆਕਸੀਜਨ। ਮੈਨੂੰ ਐਂ ਲੱਗਦਾ ਸੀ ਵੀ ਆਕਸੀਜਨ ਹੈਗੀ ਸਾਡੇ ਕੋਲ, ਇੰਨਾ ਵੀ ਕਾਲ ਨਹੀਂ ਪਿਆ ਵੀ ਜਿਹਨਾਂ ਕੋਲੋਂ ਅਸੀਂ ਆਕਸੀਜਨ ਲੈਂਦੇ ਸੀ ਐਂਬੂਲੈਂਸਾਂ ਦੇ ਵਿੱਚ ਸਿਲੰਡਰ ਭਰਾਉਂਦੇ ਸੀ ਉਹਨਾਂ ਨੇ ਵੀ ਸਾਰੇ ਕਹਿੰਦੇ ਨਹੀਂ ਅਸੀਂ ਤਾਂ ਦੇ ਹੀ ਨਹੀਂ ਸਕਦੇ, ਸਾਨੂੰ ਤਾਂ ਆਰਡਰ ਹੀ ਐਸੇ ਹੋ ਗਏ। ਤੇ ਇਸ ਕਰਕੇ ਸਾਡੀ ਸਰਕਾਰ ਹੈਗੀ ਆ, ਅਸੀਂ ਦੇਸ਼ ਦੇ ਨਾਗਰਿਕ ਹੈਗੇ ਆ, ਸਾਡੇ ਸਾਹਮਣੇ ਸਾਡੇ ਦੇਸ਼ ਦਾ ਨਾਗਰਿਕ ਤੜਫ ਰਿਹਾ ਹੋਵੇ ਸਾਹ ਲੈਣ ਨੂੰ ਤੇ ਅਸੀਂ ਆਪਣੇ ਸਰਕਾਰਾਂ ਨੂੰ ਵੀ ਕਹਿੰਦੇ ਵੀ ਕੈਸਾ ਇੰਤਜ਼ਾਮ ਕੀਤਾ ਸੀ। ਪਹਿਲੀ ਲਹਿਰ ਲੰਘੀ ਹੈ, ਦੂਜੀ ਲਹਿਰ ਆਪਾਂ ਨੇ ਕਿਸੇ ਵੀ ਕੰਟਰੀ ਤੋਂ ਸਬਕ ਲੈ ਲੈਂਦੇ। ਅਸੀਂ ਮਤਲਬ ਬਾਹਰ ਦੇਖਿਆ ਇਹ ਨਿਊਯਾਰਕ ਦੇ ਵਿੱਚ ਕੀ ਹਾਲ ਹੋਇਆ ਸੀ ਤੇ ਹੋਰ ਕੰਟਰੀਆਂ 'ਚ ਕਿੰਨਾ ਕੁਝ ਸਾਡੇ ਤੋਂ ਪਹਿਲਾਂ ਹੋ ਚੁੱਕਿਆ ਸੀ, ਅਸੀਂ ਕੀ ਸਬਕ ਲਿਆ ਉਹਨਾਂ ਤੋਂ। ਕਦੇ ਤੁਸੀਂ ਇਹ ਵੀ ਪਤਾ ਕਰਿਆ ਜਦੋਂ ਸਮਾਨ ਆਇਆ ਕਿ ਕਿਆ ਪਤਾ ਰਾਸਤੇ 'ਚ ਹੀ ਬਦਲਿਆ ਹੋਏ ਕਿਸੇ ਨੇ, ਜਦੋਂ ਜਿਹੜਾ ਸਮਾਨ ਆਨਲਾਈਨ ਭੇਜਦੇ ਨੇ ਕੰਪਨੀ ਨੇ ਸਹੀ ਭੇਜਿਆ ਹੋਵੇ, ਰਾਸਤੇ 'ਚ ਬਦਲਣੇ ਨੇ, ਕਿਉਂਕਿ ਪਹਿਲਾਂ ਵੀ ਕਈ ਤਰ੍ਹਾਂ ਦੀ ਖਬਰਾਂ ਆਈਆਂ ਨੇ ਕੰਪਨੀ ਸਹੀ ਭੇਜਦੀ ਹੈ ਪਰ ਅੱਗੇ ਜਾ ਕੇ ਜਿਹੜੇ ਮੁਲਾਜ਼ਮ ਸਪਲਾਈ ਕਰਦੇ ਨੇ ਉਹ ਬਦਲਦੇ ਨੇ। ਕੋਈ ਇਦਾਂ ਦਾ ਵੀ ਮਾਮਲਾ ਤੁਸੀਂ ਪਤਾ ਕਰੇ ਇਸ ਬਾਰੇ? ਲੋਕ ਲਾ ਕੇ ਭੱਜਣ ਦੀ ਕੀ ਲੋੜ ਪੈ ਗਈ, ਉੱਥੋਂ ਗਾਇਬ ਹੋਣ ਦੀ ਕੀ ਲੋੜ ਪੈ ਗਈ? ਠੀਕ ਹੈ, ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਤਾਂ ਹੁੰਦੀਆਂ ਹੀ ਹੈ ਨਾ। ਉਹ ਅਸੀਂ ਉਸੇ ਵੇਲੇ ਤੋਂ ਇਨਕੁਆਇਰੀ ਸ਼ੁਰੂ ਕਰ ਦਿੱਤੀ। ਜਿਹੜੇ ਸੰਬੰਧਿਤ ਇਸ ਦੇ ਵਿੱਚ ਬੰਦੇ ਸੀ ਸਾਰਿਆਂ ਨੂੰ ਸੇਮ ਟਾਈਮ ਤੇ ਇਨਫੋਰਮ ਕਰ ਦਿੱਤਾ ਗਿਆ ਸੀ। ਅਸੀਂ ਇਹਨੂੰ ਅਨਲੋਡ ਨਹੀਂ ਸੀ ਕਰ ਰਹੇ, ਸਾਨੂੰ ਬਾਰ-ਬਾਰ ਗੱਡੀ ਕਾਫੀ ਦੇਰ ਖੜੀ ਰਹੀ ਤੇ ਲਾਈਕ ਜਿਹੜੀ ਪਹਿਲਾਂ ਸੀ ਮਤਲਬ ਅਸੀਂ ਰਿਸੀਵ ਤਾਂ ਕੀਤਾ ਹੀ ਨਹੀਂ ਸੀ ਨਾ ਇਹ, ਕਿਉਂਕਿ ਸਾਡਾ ਆਰਡਰ ਹੀ ਨਹੀਂ ਸੀ। ਸਾਨੂੰ ਤਾਂ ਆਕਸੀਜਨ ਕੰਸਨਟਰੇਟਰ ਚਾਹੀਦੇ ਸੀ ਸਾਡੇ ਦੇਸ਼ ਨੂੰ। ਤੇ ਪਰ ਉਸ ਵੇਲੇ ਹਾਲਾਤ ਹੀ ਐਸੇ ਬਣ ਗਏ, ਕਹਿੰਦੇ ਪਤਾ ਨਹੀਂ ਲੱਗ ਰਿਹਾ ਇਸ ਵੇਲੇ ਤੁਸੀਂ ਅਨਲੋਡ ਕਰਕੇ ਗੱਡੀ ਵਾਲਿਆਂ ਤੋਂ ਫ੍ਰੀ ਕਰ ਦਿਓ ਵੀ ਇਹਦੀ ਇਨਕੁਆਇਰੀ ਅਸੀਂ ਹੁਣ ਇਮੀਡੀਏਟਲੀ ਸ਼ੁਰੂ ਕਰ ਰਹੇ ਹਾਂ। ਤੇ ਉਹ ਇਨਕੁਆਇਰੀ ਸ਼ੁਰੂ ਕੀਤੀ, ਜੇ ਮੈਂ ਤੁਹਾਨੂੰ ਦੱਸਿਆ ਵੀ ਉੱਥੇ ਐਡਵੋਕੇਟ ਕੀਤੇ ਸੈਨਾ ਦੇ ਵਿੱਚ, ਪਰ ਉੱਥੇ ਬੰਦੇ ਜਿਹੜੇ ਹੈਗੇ ਇਸ ਵੇਲੇ ਜਿਹੜੀਆਂ ਕੰਪਨੀਆਂ ਸੀ ਇਹ ਕੰਪਨੀਆਂ ਉੱਥੇ ਲੱਭ ਹੀ ਨਹੀਂ ਰਹੀਆਂ। ਅੱਛਾ, ਚਾਈਨਾ ਦੀ ਕੰਪਨੀ ਨੇ ਤੁਹਾਡੇ ਨਾਲ ਠੱਗੀ ਮਾਰੀ ਹੈ 36 ਲੱਖ ਰੁਪਏ ਦੀ, ਭਾਰਤ ਦੀ ਸਰਕਾਰਾਂ ਕਿੰਨੀਆਂ ਕੁ ਸਾਥ ਦੇ ਰਹੀਆਂ ਨੇ, ਪ੍ਰਭ ਆਸਰਾ ਦੇ? ਬੜੇ ਵਧੀਆ ਸਵਾਲ ਕੀਤਾ ਤੁਸੀਂ, ਇਹ ਸਵਾਲ ਵੀ ਘੱਟ ਕਰਦੇ ਲੋਕ ਵੀ ਜਿਹੜਾ ਨਾਗਰਿਕ ਅੱਜ ਆਪਣੀ ਸੰਭਾਲ ਤੋਂ ਮਥਾਜ ਹੋ ਗਿਆ, ਜਿਹਦੇ ਕੋਲ ਅੱਜ ਮਤਲਬ ਬਿਲਕੁਲ ਵੀ ਆਪਣੇ ਆਪ ਕੋਈ ਖਾਣ ਜੋਗਾ ਨਹੀਂ ਰਿਹਾ, ਆਪਣੀ ਸੰਭਾਲ ਜੋਗਾ ਨਹੀਂ ਰਿਹਾ, ਉਸ ਤੋਂ ਗਰੀਬ ਕੋਈ ਹੋ ਸਕਦਾ ਨਹੀਂ ਹੋ ਸਕਦਾ। ਠੀਕ ਹੈ, ਜਿਹੜਾ ਰੌਲਾ ਵੀ ਨਹੀਂ ਪਾ ਸਕਦਾ ਵੀ ਮੈਂ ਭੁੱਖਾ ਹਾਂ, ਜਿਹੜਾ ਰੋਟੀ ਲਈ ਕੁਰਲਾ ਵੀ ਨਹੀਂ ਸਕਦਾ ਇਸ ਵੇਲੇ, ਇਹਦੀ ਹਾਲਤ ਇਦਾਂ ਦੀ ਬਣੀ ਹੋਈ ਹੈ। ਉਸ ਤੋਂ ਗਰੀਬ ਮੈਨੂੰ ਨਹੀਂ ਲੱਗਦਾ ਕੋਈ ਹੋਵੇ। ਜਿਹੜਾ ਗਰੀਬਾਂ ਦੇ ਮਾਫ ਕੀਤੇ ਹੈ ਅਸੀਂ ਉਸ ਚੀਜ਼ ਦੀ, ਜੇ ਜਿਹਦਾ ਵੀ ਹੋਇਆ ਤੇ ਉਸ ਦੇ ਲਈ ਅਸੀਂ ਇਹਦੀ ਬਹੁਤ ਤਾਰੀਫ ਕਰਦੇ ਹਾਂ ਇਸ ਗੱਲ ਦੀ ਕਿ ਵਾਕਈ ਗਰੀਬਾਂ ਦਾ ਜਿਹਨਾਂ ਦੀ ਆਰਥਿਕ ਹਾਲਤ ਕਮਜ਼ੋਰ ਹੈ ਉਹਨਾਂ ਦੇ ਮਾਫ ਹੋਣੇ ਚਾਹੀਦੇ। ਪਰ ਇਹ ਗਰੀਬ ਕਦੋਂ ਯਾਦ ਆਉਣਗੇ? ਇਹਨਾਂ ਗਰੀਬਾਂ ਦੇ ਉੱਤੇ ਤਾਂ ਜੇ ਬਿਲਡਿੰਗ ਬਣਾਉਂਦੇ ਆ ਜਿਹੜੀ ਕਿ ਸਰਕਾਰ ਨੇ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਨੀ, ਤੇ ਅਸੀਂ ਪਬਲਿਕ ਨੇ ਖੂਨ ਪਸੀਨੇ ਦੀ ਕਮਾਈ ਨਾਲ ਕੋਸ਼ਿਸ਼ ਕੀਤੀ ਛੋਟੇ ਛੋਟੇ ਪਲਾਟ ਤੁਹਾਡੇ ਸਾਹਮਣੇ ਲੈ ਕੇ, ਛੋਟੇ ਛੋਟੇ ਪਲਾਟ ਸੀ ਇਹ, ਜੋੜ ਕੇ ਸੈਂਕੜੇ ਨਾਗਰਿਕ ਜਿਹੜੇ ਸੀ ਇਹਨਾਂ ਦੇ ਵਿੱਚ ਰੱਖੇ ਗਏ। ਤੇ ਜਦੋਂ ਅਸੀਂ ਬਿਲਡਿੰਗ ਬਣਾਉਣ ਦੀ ਗੱਲ ਕਰਦੇ ਹਾਂ, ਹੁਣ ਪੈਸੇ ਦੇ ਉੱਤੇ ਸੰਗਤ ਨੇ ਪਲਾਟ ਖਰੀਦਿਆ, ਫਿਰ ਇੱਟਾਂ ਖਰੀਦੀਆਂ, ਫਿਰ ਸੀਮੈਂਟ ਖਰੀਦਿਆ, ਇੰਨਾ ਕੁਝ ਖਰੀਦਿਆ, ਫਿਰ ਨਕਸ਼ਾ ਬਣਾਇਆ ਸੀ ਅਥੋਰਾਈਜ਼ਡ ਆਰਕੀਟੈਕਟ ਤੋਂ ਗਵਰਨਮੈਂਟ ਦੇ, ਜਿਸ ਵੇਲੇ ਅਸੀਂ ਕਿਹਾ ਵੀ ਪਾਸ ਕਰ ਦਿਓ, ਕਹਿੰਦੇ ਇੰਨੇ ਪੈਸੇ ਦਿਓ। ਇਹ ਪੈਸੇ ਕਿਸੇ ਦੇ ਦੇਈਏ? ਗਵਰਨਮੈਂਟ ਦੀ ਡਿਊਟੀ ਕਰਨ ਦੇ ਪੈਸੇ ਦੇਈਏ? ਹੁਣ ਤੁਸੀਂ ਇਹਨੂੰ ਸਾਥ ਸਮਝ ਲਓ ਤੇ ਇਸ ਨੂੰ ਤੁਸੀਂ ਸਪੋਰਟ ਸਮਝ ਲਓ। ਅੱਛਾ, ਜਿਹੜੇ ਬਾਰ-ਬਾਰ ਤੁਹਾਨੂੰ ਟਾਰਗੇਟ ਕੀਤਾ ਜਾਂਦਾ, ਕਦੇ ਬਿਜਲੀ ਦੇ ਬਿੱਲ ਨੂੰ ਲੈ ਕੇ, ਕਦੀਆਂ ਹੁਣ ਢਾਉਣ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ, ਕਹਿੰਦਾ ਕਿ ਪ੍ਰਭ ਆਸਰਾ ਨੂੰ ਢਾਹ ਵੀ ਦੇਣਾ ਇੱਥੋਂ। ਕਿਆ ਲੱਗਦਾ ਕਿ ਜਿਹੜਾ ਰਾਤੋਂ ਰਾਤ ਤੁਸੀਂ ਮਿਹਨਤ ਦੇ ਨਾਲ, ਲੋਕਾਂ ਦੇ ਸਹਿਯੋਗ ਦੇ ਨਾਲ, ਵਿਦੇਸ਼ਾਂ ਦੇ ਜਿਹੜੇ ਸੇਵਾ ਕਰਦੇ ਨੇ ਲੋਕ ਉਹਨਾਂ ਸਹਿਯੋਗ ਨਾਲ ਬਣਾਇਆ, ਕਿਆ ਲੱਗਦਾ ਕਿ ਸਰਕਾਰਾਂ ਦੀ ਨਜ਼ਰ ਉਸ ਕਰਕੇ ਤੁਹਾਡੇ ਇਸ ਪ੍ਰਭ ਆਸਰਾ ਤੇ? ਦੇਖੋ ਇਹਦਾ ਤੁਸੀਂ ਜਵਾਬ ਜਿਹੜਾ ਨਾ ਉਹਨਾਂ ਤੋਂ ਹੀ ਮੰਗ ਸਕਦੇ ਆ ਜਿਹੜੇ ਇਹ ਕੰਮ ਕਰਦੇ ਆ। ਹੁਣ ਨੋਟਿਸ ਜਾਰੀ ਕਰਨ ਵਾਲੇ ਤੋਂ ਜਵਾਬ ਮੰਗ ਸਕਦੇ ਹੋ ਵੀ ਇੱਕ ਪਾਸੇ ਨੋਟਿਸ ਇਹ ਜਾਰੀ ਕੀਤਾ ਜਾ ਰਿਹਾ ਐਜ਼ ਜਿਵੇਂ ਕ੍ਰਿਮੀਨਲ ਹੁੰਦੇ ਆ, ਤੇ ਦੂਜੇ ਪਾਸੇ ਇੱਕ ਮਹੀਨੇ 'ਚ ਇੰਨੇ ਲੋਕ ਦਾਖਲ ਵੀ ਹੁੰਦੇ ਆ। ਕੌਣ ਭੇਜਦਾ? ਸਰਕਾਰ। ਉਹਦੇ ਵਿੱਚ ਕਿਹੜੇ ਡਿਪਾਰਟਮੈਂਟ ਹੈ? ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਹੈ, ਉਹ 'ਚ ਜੁਡੀਸ਼ਰੀ ਵੀ ਹੈਗੀ ਹੈ
ਤੇ ਉਸ ਦੇ ਵਿੱਚ ਸਾਡਾ ਪੁਲਿਸ ਡਿਪਾਰਟਮੈਂਟ ਵੀ ਹੈਗਾ ਤੇ ਉਹਦੇ ਵਿੱਚ ਸਾਡੀਆਂ ਜੇ ਬੱਚੇ ਮਿਲਦੇ ਆ, ਮੈਂ ਰਾਤ ਵੀ ਗੱਲ ਕਰਾਂ ਵੀ ਚਾਈਲਡ ਵੈਲਫੇਅਰ ਕਮੇਟੀ ਹੈਗੀ ਹੈ। ਇਹ ਸਾਰੀ ਸਰਕਾਰ ਦੀ ਬੋਡੀ ਹੈ ਨਾ। ਇੱਕ ਪਾਸੇ ਸਰਕਾਰ ਵੱਲੋਂ ਨਾਗਰਿਕ ਭੇਜੇ ਜਾਂਦੇ ਆ ਵੀ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ, ਵੀ ਇਹਨਾਂ ਨੂੰ ਸੰਭਾਲਣ ਦੇ ਲਈ ਅਰੇਂਜਮੈਂਟ ਨਹੀਂ ਹੈਗਾ। ਬੱਚਿਆਂ ਦੇ ਫੋਨ ਆ ਜਾਂਦੇ ਆ ਕਿ ਇਹਨਾਂ ਨੂੰ HIV ਪੋਜ਼ਿਟਿਵ ਹੈ ਤੇ ਬੱਚਾ ਹਾਈਪਰ ਹੈ, ਇੱਦਾਂ ਹੀ ਲੇਡੀਜ਼ ਦੇ ਫੋਨ ਆਉਂਦੇ ਆ। ਤੇ ਦੂਜੇ ਪਾਸੇ ਮਤਲਬ ਜਿਹੜੇ ਨੋਟਿਸ ਆਉਂਦੇ ਆ ਉਹਨਾਂ ਤੋਂ ਇਹ ਮਹਿਸੂਸ ਹੁੰਦਾ ਵੀ ਜਿਵੇਂ ਅਸੀਂ ਕ੍ਰਾਈਮ ਕਰ ਰਹੇ ਹੁੰਦੇ ਆ। ਤੇ ਕੋਈ ਸ਼ੱਕ ਨਹੀਂ ਸਾਡੇ ਕੋਲੋਂ ਇੱਥੇ ਨਕਸ਼ਿਆਂ ਦੇ ਜਿਹੜੇ ਪੈਸੇ ਮੰਗੇ ਜਾ ਰਹੇ ਆ, ਕੋਈ ਸ਼ੱਕ ਨਹੀਂ ਸਾਡੇ ਤੇ ਕੇਸ ਵੀ ਇਸ ਵੇਲੇ ਪਏ ਹੋਏ ਆ। ਇਹ ਵੀ ਕੋਈ ਸ਼ੱਕ ਨਹੀਂ ਕਿ ਸਾਡਾ ਜਿਹੜਾ ਹੁਣ ਸਾਡੇ ਕੋਲ ਬਿੱਲ ਕਰੋਨਾ 'ਚ ਨਹੀਂ ਦਿੱਤਾ ਗਿਆ ਤੇ ਉਸ ਵੇਲੇ ਸਾਡੇ ਕਨੈਕਸ਼ਨ ਕੱਟਣ ਦੀ ਵੀ ਵਾਰ-ਵਾਰ ਗੱਲਾਂ ਹੋ ਰਹੀਆਂ। ਤੇ ਤੁਹਾਡਾ ਬੜਾ ਵਧੀਆ ਸਵਾਲ ਹੈ ਵੀ ਇਹ ਸਾਡੇ ਦੇਸ਼ ਦੇ ਨਾਗਰਿਕ ਜਿਹੜੇ ਕਿ ਲੱਖਾਂ ਦੀ ਗਿਣਤੀ ਵਿੱਚ ਹੈ, ਇੱਕ ਤੇ ਡਿਪਰੈਸ਼ਨ ਚਲੇ ਗਏ ਹਾਲਾਤਾਂ ਕਰਕੇ, ਮਾਨਸਿਕ ਇੰਨੀ ਪਰੇਸ਼ਾਨੀ ਹੈ, ਮਾਨਸਿਕ ਤਣਾਅ ਹੈ ਤੇ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਗਏ, ਘਰ ਦੇ ਰਸਤੇ ਭੁੱਲ ਗਏ ਡਿਮੈਂਸ਼ੀਆ ਕਰਕੇ, ਕੋਈ ਇਨਜਸਟਿਸ, ਕੋਈ ਟਾਰਚਰ, ਕੋਈ ਆਪਣੇ ਦੇ ਬਹੁਤ ਸਮਝ ਕੇ ਛੱਡ ਦਿੱਤਾ ਹੈ ਨਾ। ਬਹੁਤ ਸਾਰੇ ਤਰ੍ਹਾਂ ਦੇ ਹਾਲਾਤ ਹੈਗੇ, ਕੋਈ ਬਾਹਰ ਬੱਚੇ ਆ ਗਏ, ਕੈਨੇਡਾ 'ਚ ਆ ਗਏ, ਕੋਈ ਲੇਡੀ ਹੈ ਘਰ ਦਾ ਰਸਤਾ ਭੁੱਲ ਗਈ, ਟ੍ਰੈਜਡੀ ਹੋ ਗਈ ਘਰ ਦੇ ਵਿੱਚ। ਇਹ ਨਾਗਰਿਕਾਂ ਦੇ ਲਈ ਕਹਿੰਦੇ ਅਸੀਂ ਬਿਜਲੀ ਦਾ ਤੁਹਾਡਾ ਕਨੈਕਸ਼ਨ ਕੱਟ ਦੇਣਾ। ਇਹ ਗੱਲਾਂ ਵੀ ਕਨੈਕਸ਼ਨ ਕੱਟਣ ਦੀਆਂ ਗੱਲਾਂ ਹੋ ਰਹੀਆਂ ਤੇ ਬਿਲਕੁਲ ਇੱਕ ਬਹੁਤ ਇਹ ਸਵਾਲ ਬੜਾ ਕਹਿ ਲਓ ਵੀ ਬੜਾ ਇੱਕ ਵੈਲਿਡ ਸਵਾਲ ਹੈ ਕਿ ਇਹਨਾਂ ਦੇ ਤਾਂ ਕਨੈਕਸ਼ਨ ਕੱਟਣ ਦੀ ਗੱਲ ਹੈ ਹੁਣ ਤੱਕ ਚੱਲੀ ਜਾ ਰਹੀ ਹੈ ਤੇ ਇਹ ਗਰੀਬਾਂ ਦੀ ਸ਼੍ਰੇਣੀ 'ਚ ਇਹ ਦੇਸ਼ ਦੇ ਨਾਗਰਿਕ ਨਹੀਂ ਹੈਗੇ। ਕੀ ਇਹਨਾਂ ਦਾ ਕੋਈ ਵੱਖ ਕਿੱਸਾ ਹੈ? ਕੀ ਬਜਟ ਵਿੱਚ ਇਹਨਾਂ ਦਾ ਕੋਈ ਹਿੱਸਾ ਨਹੀਂ ਹੈ? ਕੀ ਇਹ ਦੇਸ਼ ਦੇ ਨਾਗਰਿਕ ਨਹੀਂ ਹੈ? ਕੀ ਇਹਨਾਂ ਦੀਆਂ ਸਰਕਾਰਾਂ ਵੱਖਰੀਆਂ ਹੀ ਕੋਈ? ਇੰਨੀ ਵੱਡੀ ਗਿਣਤੀ ਇਹਨਾਂ ਦੀ ਹੈ ਨਾ। ਇਹ ਵਾਕਈ ਦੇਖ ਸਕਦੇ ਹੋ ਕਿ ਜਿੱਥੇ ਸਰਕਾਰਾਂ ਵੱਡੀਆਂ ਗੱਲਾਂ ਕਰਦੇ ਨੇ, ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ CM ਕਿ ਗਰੀਬ ਲੋਕਾਂ ਦੇ ਪੁਰਾਣੇ ਬਕਾਏ ਮਾਫ ਹੋਣਗੇ ਤੇ ਬਿੱਲ ਅੱਗੇ 300 ਯੂਨਿਟ ਮਾਫ ਹੋਵੇਗਾ। ਪਰ ਇਹਨਾਂ ਤੋਂ ਗਰੀਬ ਕੌਣ ਹੋ ਸਕਦਾ ਹੈ? ਪ੍ਰਭ ਆਸਰਾ ਦੇ ਵਿੱਚ ਉਹ ਲੋਕ ਰਹਿੰਦੇ ਨੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੁੰਦਾ। ਸੜਕਾਂ ਤੇ ਜੋ ਲੋਕ ਰੁਲਦੇ ਨੇ ਉਹਨਾਂ ਨੂੰ ਆਸਰਾ ਦਿੱਤਾ ਹੋਇਆ ਪ੍ਰਭ ਆਸਰੇ ਨੇ। ਬਿਜਲੀ ਦਾ ਬਿੱਲ ਤੁਸੀਂ ਦੇਖੋ 20-25 ਲੱਖ ਰੁਪਏ ਦਾ ਅਜੇ ਵੀ ਖੜਿਆ ਹੈ, ਪਰ ਇਹਨਾਂ ਦੇ ਕਦੋਂ ਮਾਫ ਹੋਣਗੇ? ਸਰਕਾਰਾਂ ਵਾਸਤੇ ਬਹੁਤ ਵੱਡੇ ਸਵਾਲ ਨੇ। ਇੱਕ ਪਾਸੇ ਚਾਈਨਾ ਨੇ ਠੱਗੀ ਮਾਰੀ ਹੈ, ਦੂਜੇ ਪਾਸੇ ਸਰਕਾਰਾਂ ਵੀ ਕੋਈ ਧੱਕਾ ਕਰਨ ਦੇ ਵਿੱਚ ਪਿੱਛੇ ਨਹੀਂ ਹਟ ਰਹੀਆਂ। ਤਾਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਜਿੱਥੇ ਬਿਜਲੀ ਦਾ ਬਿੱਲ ਖੜਿਆ ਹੈ ਤੇ ਨਾਲ ਦੀ ਨਾਲ ਹੁਣ ਨੋਟਿਸ ਭੇਜੇ ਜਾ ਰਹੇ ਨੇ ਕਿ ਇਸ ਪ੍ਰਭ ਆਸਰੇ ਨੂੰ ਵੀ ਇੱਥੋਂ ਹਟਾਇਆ ਜਾਵੇ। ਤਾਂ ਇਸ ਨੂੰ ਲੈ ਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਦਾਂ ਦੇ ਪ੍ਰਭ ਆਸਰਿਆਂ ਦਾ ਸਾਥ ਦੇਣਾ ਚਾਹੀਦਾ ਹੈ। ਜੋ ਇਹਨਾਂ ਦਾ ਬਕਾਇਆ ਹੈ ਉਹ ਮਾਫ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਜੋ ਨੋਟਿਸ ਭੇਜ ਰਹੇ ਨੇ, ਜੋ ਅਧਿਕਾਰੀ ਭੇਜ ਰਹੇ ਨੇ, ਤਾਂ ਉਹਨਾਂ ਦੇ ਉੱਤੇ ਵੀ ਕੜੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ। ਤੁਹਾਡੇ ਨਾਲ ਕੈਮਰਾਮੈਨ ਮਨੋਜ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼, ਕੁਰਾਲੀ।